आओ असी परमेश्वर की पवित्रता प्रदर्शित करो। इस उपदेश लेख नाल परमेश्वर के वचनों को साझा करिए। आओ असी गिनती अध्याय 20 वचन 1 उत्ते 1 नजर पाइए। यह दृश्य दिखाता है कि जंगल विच 40 सालों के जीवन के अंत विच की होया सी। इजरायलियां दी सारी मंडली पहले महीने सीन दी उजाड़ विच आई अते परजा कादेश विच टिक गई, पर उत्थे मरियम मर गई अते उत्थे दब दित्ती गई। उत्थे मंडली लई पानी नहीं सी, तां ओह मूसा दे विरुद्ध अते हारून दे विरुद्ध इकट्ठी हुई अते परजा मूसा नाल झगड़न लगी अते उन्हां ने आख्या, भला हुंदा जे असीं प्राण त्याग दिंदे जद साडे भरावां ने यहोवा अगे प्राण त्यागे सन। तुसीं यहोवा दी सभा नूं काहनूं इस उजाड़ विच ले आए हो कि असीं अते साडे पशु इत्थे मरीए। तुसीं काहनूं मिस्र तो उतां लिआए। तुसां सानूं इस बुरे थां विच लिआंदा जिथे ना बी, ना हंजीर, ना दाख दी बेल, ना अनार अते ना पीण लई पानी है। तां मूसा ते हारून सभा दे अगों मंडली दे तंबू दे दरवाजे कोल जाके मूंहां पा डिगे तां यहोवा दा प्रताप उन्हां उत्ते प्रगट होया। यहोवा मूसा नूं बोलिया, डांगा लैके मंडली नूं इकट्ठा कर, तू अते तेरा भरा हारून अते तुसीं उन्हां दे वेखदिआं पथरेली डिग नूं बोलो कि ਉਹ ਆਪਣਾ ਪਾਣੀ ਦੇਵੇ ਅਤੇ ਤੂੰ ਉਹਨਾਂ ਲਈ ਡਿੱਗ ਤੋਂ ਪਾਣੀ ਕੱਢੇਗਾ। ਇਉਂ ਤੂੰ ਇਸ ਮੰਡਲੀ ਨੂੰ ਅਤੇ ਉਹਨਾਂ ਦੇ ਪਸ਼ੂਆਂ ਨੂੰ ਪਿਲਾਵੇਂਗਾ। ਉਪਰੰਤ ਮੂਸਾ ਨੇ ਯਹੋਵਾ ਦੇ ਅੱਗੋਂ ਡਾਂਗਾ ਲਿਆ ਜਿਵੇਂ ਯਹੋਵਾ ਨੇ ਹੁਕਮ ਦਿੱਤਾ ਸੀ ਅਤੇ ਮੂਸਾ ਹਾरून ਨੇ ਸਭਾ ਨੂੰ ਉਸ ਡਿੱਗ ਦੇ ਅੱਗੇ ਇਕੱਠਾ ਕੀਤਾ ਅਤੇ ਉਸਨੇ ਉਹਨਾਂ ਨੂੰ ਆਖਿਆ, ਸੁਣੋ ਤੁਸੀਂ ਝਗੜਾਲੂਓ, ਕੀ ਅਸੀਂ ਤੁਹਾਡੇ ਲਈ ਇਸ ਡਿੱਗ ਤੋਂ ਪਾਣੀ ਕੱਢੀਏ? ਫਿਰ ਮੂਸਾ ਨੇ ਆਪਣਾ ਹੱਥ ਚੁੱਕ ਕੇ ਉਸ ਡਿੱਗ ਨੂੰ ਆਪਣੇ ਡਾਂਗੇ ਨਾਲ 2 ਵਾਰ ਮਾਰਿਆ ਤਾਂ ਬਹੁਤ ਪਾਣੀ ਨਿਕਲ ਆਇਆ। ਫਿਰ ਮੰਡਲੀ ਅਤੇ ਉਹਨਾਂ ਦੇ ਪਸ਼ੂਆਂ ਨੇ ਪੀਤਾ। ਉਪਰੰਤ ਯਹੋਵਾ ਨੇ ਮੂਸਾ ਅਤੇ ਹਾरून ਨੂੰ ਆਖਿਆ, ਇਸ ਲਈ ਕਿ ਤੁਸਾਂ ਮੇਰੀ ਪ੍ਰਤੀਤ ਨਾ ਕੀਤੀ ਕਿ ਇਜ਼ਰਾਈਲੀਆਂ ਦੀਆਂ ਅੱਖਾਂ ਵਿੱਚ ਮੈਨੂੰ ਪਵਿੱਤਰ ਠਹਿਰਾਉਂਦੇ, ਹੁਣ ਤੁਸੀਂ ਇਸ ਸਭਾ ਨੂੰ ਉਸ ਧਰਤੀ ਵਿੱਚ ਜਿਹੜੀ ਮੈਂ ਉਹਨਾਂ ਨੂੰ ਦਿੱਤੀ ਨਹੀਂ ਲੈ ਜਾਓਗੇ। ਇਹ ਮਰੀਬਾ ਦਾ ਪਾਣੀ ਹੈ ਕਿਉਂ ਜੇ ਇਜ਼ਰਾਈਲੀਆਂ ਨੇ ਯਹੋਵਾ ਨਾਲ ਝਗੜਾ ਕੀਤਾ, ਸੋ ਉਹ ਉਹਨਾਂ ਦੇ ਵਿੱਚ ਪਵਿੱਤਰ ਠਹਿਰਾਇਆ ਗਿਆ। गिनती अध्याय 20 ਦੇ ਅਨੁਸਾਰ ਲੋਕਾਂ ਨੇ ਹਮੇਸ਼ਾ ਮੂਸਾ, ਹਾरून ਅਤੇ ਨੇਤਾਵਾਂ ਦਾ ਵਿਰੋਧ ਕੀਤਾ, ਬਹਿਸ ਕੀਤੀ ਅਤੇ ਲੜਾਈ ਕੀਤੀ ਕਿਉਂਕਿ ਇਹ ਚੀਜ਼ਾਂ ਜੰਗਲ ਵਿੱਚ ਜੀਵਨ ਦੇ 40 ਸਾਲਾਂ ਦੇ ਦੌਰਾਨ ਲਗਾਤਾਰ ਹੋਈਆਂ। ਤਦ ਮੂਸਾ ਤੇ ਹਾरून ਨੇ ਅੰਤ ਵਿੱਚ ਚੱਟਾਨ ਉੱਤੇ ਮਾਰਦੇ ਹੋਏ ਕਿਹਾ ਕਿ ਅਸੀਂ ਤੁਹਾਡੇ ਲਈ ਇਸ ਡਿੱਗ ਤੋਂ ਪਾਣੀ ਕੱਢੀਏ। ਦੂਸਰੇ ਸ਼ਬਦਾਂ ਵਿੱਚ ਉਹਨਾਂ ਨੇ ਸੋਚਿਆ, ਮੈਂ ਇਸ ਵਾਰ ਤੁਹਾਡੇ ਲਈ ਪਾਣੀ ਕੱਢਾਂਗਾ। 40 ਸਾਲਾਂ ਦੇ ਅੰਤ ਵਿੱਚ ਹੋਈ ਇਸ ਘਟਨਾ ਕਰਕੇ ਆਖਰਕਾਰ ਮੂਸਾ ਕਨਾਨ ਦੇਸ਼ ਵਿੱਚ ਪ੍ਰਵੇਸ਼ ਨਹੀਂ ਕਰ ਸਕਿਆ। ਹਾਲਾਂਕਿ ਪਰਮੇਸ਼ਵਰ ਨੇ ਉਸ ਨੂੰ ਨਬੋ ਪਹਾੜ ਉੱਤੇ ਦੂਰ ਤੋਂ ਕਨਾਨ ਦੇਸ਼ ਨੂੰ ਦੇਖਣ ਦੀ ਇਜਾਜ਼ਤ ਦਿੱਤੀ। ਇਸ ਤਰ੍ਹਾਂ ਉਹਨਾਂ ਦੇ ਜੰਗਲ ਵਿੱਚ ਜੀਵਨ ਦੇ 40 ਸਾਲ ਸਮਾਪਤ ਹੋ ਗਏ। ਕਦੀ ਕਦੀ ਉਹ ਆਪਣੇ ਆਲੇ ਦੁਆਲੇ ਦੇ ਹਾਲਾਤਾਂ ਕਰਕੇ ਪਰੇਸ਼ਾਨ ਸੀ ਅਤੇ ਕਦੀ ਕਦੀ ਲੋਕਾਂ ਦੇ ਅਵਿਸ਼ਵਾਸਯੋਗ ਵਿਵਹਾਰ ਨੂੰ ਦੇਖ ਕੇ ਉਦਾਸ ਹੋ ਜਾਂਦੇ ਸੀ। ਉਹਨਾਂ ਨੂੰ ਹਮੇਸ਼ਾ ਪਰਮੇਸ਼ਵਰ ਦੀ ਵਡਿਆਈ ਦਿਖਾਉਣੀ ਚਾਹੀਦੀ ਸੀ। ਹਾਲਾਂਕਿ ਮੂਸਾ ਤੇ ਹਾरून ਨੇ ਇਹ ਕਹਿੰਦੇ ਹੋਏ ਕਿ ਸਾਨੂੰ ਤੁਹਾਡੇ ਲਈ ਪਾਣੀ ਕੱਢਣਾ ਹੋਵੇਗਾ, ਇੱਕ ਛੋਟੀ ਜਿਹੀ ਗਲਤੀ ਕੀਤੀ। ਪਰਮੇਸ਼ਵਰ ਨੇ ਕਿਹਾ ਸੀ, ਜਦੋਂ ਤੁਸੀਂ ਚੱਟਾਨ ਤੇ ਮਾਰੋਗੇ ਤਦ ਪਾਣੀ ਵਗ ਨਿਕਲੇਗਾ, ਫਿਰ ਬਸ ਲੋਕਾਂ ਨੂੰ ਇਸ ਨੂੰ ਪੀਣ ਦਿਓ। ਮੂਸਾ ਤੇ ਹਾरून ਨੂੰ ਸਿਰਫ ਪਰਮੇਸ਼ਵਰ ਦੇ ਲਈ ਦੂਤ ਦਾ ਕੰਮ ਕਰਨ ਦੀ ਜ਼ਰੂਰਤ ਸੀ। ਉਹਨਾਂ ਨੂੰ ਸਿਰਫ ਵਿਸ਼ਵਾਸਯੋਗ ਰੂਪ ਨਾਲ ਉਸ ਨੂੰ ਕਰਨ ਦੀ ਜ਼ਰੂਰਤ ਸੀ। ਹਾਲਾਂਕਿ ਉਹਨਾਂ ਨੇ ਪਰਮੇਸ਼ਵਰ ਦੀ ਵਡਿਆਈ ਨੂੰ ਲੁਕਾਉਂਦੇ ਹੋਏ ਮੂਰਖਤਾ ਪੂਰਵਕ ਪਹਿਲਾਂ ਆਪਣੀ ਵਡਿਆਈ ਜ਼ਾਹਰ ਕੀਤੀ, ਜਿਵੇਂ ਕਿ ਉਹਨਾਂ ਨੇ ਖੁਦ ਦੀ ਸ਼ਕਤੀ ਨਾਲ ਪਾਣੀ ਕੱਢਿਆ ਹੋਵੇ। ਇਹ ਆਖਰਕਾਰ ਇੱਕ ਪਾਪ ਬਣ ਗਿਆ ਜਿਸ ਨੇ ਉਹਨਾਂ ਨੂੰ ਕਨਾਨ ਦੇਸ਼ ਵਿੱਚ ਦਾਖਲ ਹੋਣ ਤੋਂ ਰੋਕਿਆ। ਅੱਜ ਜਿਉਣ ਦੇ ਦੁਆਰਾ ਅਸੀਂ ਉਹਨਾਂ ਨਬੀਆਂ ਦੀ ਸਥਿਤੀ ਵਿੱਚ ਹਾਂ ਜਿਨ੍ਹਾਂ ਨੂੰ ਸਦਾ ਪਰਮੇਸ਼ਵਰ ਦੀ ਪਵਿੱਤਰਤਾ ਨੂੰ ਪ੍ਰਦਰਸ਼ਿਤ ਕਰਨਾ ਚਾਹੀਦਾ ਹੈ, ਪਰ ਜੋ ਲੋਕ ਪਰਮੇਸ਼ਵਰ ਦੀ ਪਵਿੱਤਰਤਾ ਦੀ ਬਜਾਏ ਆਪਣੀ ਪਵਿੱਤਰਤਾ ਦਿਖਾਉਂਦੇ ਹਨ, ਉਹ ਕਨਾਨ ਦੇਸ਼ ਵਿੱਚ ਦਾਖਲ ਹੋਣ ਵਿੱਚ ਅਸਫਲ ਰਹਿਣਗੇ। ਪਰਮੇਸ਼ਵਰ ਸਾਨੂੰ ਗਿਣਤੀ ਅਧਿਆਇ 20 ਦੇ ਦੁਆਰਾ ਇਹ ਸਬਕ ਦਿਖਾਉਂਦੇ ਹਨ। ਜੇ ਉਹ ਥੋੜਾ ਹੋਰ ਸਮਾਂ ਰਹਿੰਦੇ
ਤਦ ਉਹ ਜ਼ਰੂਰ ਕਨਾਨ ਦੀ ਧਰਤੀ ਵਿੱਚ ਦਾਖਲ ਹੋ ਸਕਦੇ ਸੀ। ਕਿਉਂ ਜੋ 40 ਸਾਲਾਂ ਦੇ ਅੰਤ ਵਿੱਚ ਉਹਨਾਂ ਦੇ ਕੋਲ ਵਿਸ਼ਵਾਸ ਦੀ ਥੋੜੀ ਘਾਟ ਸੀ, ਤਦ ਉਹ ਕਨਾਨ ਵਿੱਚ ਦਾਖਲ ਹੋਣ ਵਿੱਚ ਅਸਫਲ ਰਹੇ। ਅਸੀਂ ਇਸ ਤਰਸਯੋਗ ਇਤਿਹਾਸ ਦਾ ਜੋ ਇੱਕ ਪਰਛਾਵਾਂ ਹੈ ਗਿਣਤੀ ਅਧਿਆਇ 20 ਵਿੱਚ ਲਿਖਿਆ ਹੋਇਆ ਵੇਖ ਸਕਦੇ ਹਾਂ। ਹੁਣ ਆਓ ਅਸੀਂ ਦਾਨੀਏਲ ਅਧਿਆਇ 4 ਦੇ ਵਚਨਾਂ ਨੂੰ ਦੇਖੀਏ। ਰਾਜਾ ਨਬੂਕਦਨਸਰ ਦੇ ਦਿਨਾਂ ਵਿੱਚ ਵੀ ਇਸ ਤਰ੍ਹਾਂ ਦਾ ਹੀ ਮਾਮਲਾ ਹੋਇਆ ਸੀ। ਆਓ ਅਸੀਂ ਦਾਨੀਏਲ ਅਧਿਆਇ 4 ਵਚਨ 28 ਦੇਖੀਏ। ਇਹ ਸਭ ਕੁਝ ਨਬੂਕਦਨਸਰ ਰਾਜਾ ਉੱਤੇ ਬੀਤਿਆ। 12 ਮਹੀਨਿਆਂ ਦੇ ਪਿੱਛੋਂ ਉਹ ਬਾਬਲ ਦੇ ਸ਼ਾਹੀ ਮਹਿਲ ਵਿੱਚ ਟਹਿਲ ਰਿਹਾ ਸੀ। ਤਾਂ ਰਾਜੇ ਨੇ ਆਖਿਆ ਕਿ ਇਹ ਉਹ ਵੱਡਾ ਬਾਬਲ ਨਹੀਂ ਜਿਹਨੂੰ ਮੈਂ ਆਪਣੀ ਸ਼ਕਤੀ ਦੇ ਬਲ ਨਾਲ ਮਹਾਰਾਜੇ ਦੇ ਵਾਸ ਲਈ ਬਣਾਇਆ ਹੈ। ਭਾਈ ਮੇਰੀ ਮਹਿਮਾ ਦੀ ਵਡਿਆਈ ਹੋਵੇ। ਰਾਜਾ ਇਹ ਗੱਲਾਂ ਕਰ ਹੀ ਰਿਹਾ ਸੀ ਕਿ ਆਕਾਸ਼ੋਂ ਇੱਕ ਆਵਾਜ਼ ਆਈ ਕਿ ਹੇ ਨਬੂਕਦਨੇਸਰ ਰਾਜਾ, ਤੇਰੇ ਵਿਖੇ ਇਹ ਹੁਕਮ ਹੋ ਚੁੱਕਿਆ ਹੈ ਕਿ ਰਾਜ ਤੇਥੋਂ ਲੈ ਲਿਆ ਗਿਆ ਹੈ। ਤੂੰ ਮਨੁੱਖਾਂ ਵਿੱਚੋਂ ਹੱਕਿਆ ਜਾਵੇਂਗਾ ਤੇ ਤੇਰਾ ਵਾਸ ਖੇਤ ਦੇ ਪਸ਼ੂਆਂ ਨਾਲ ਹੋਵੇਗਾ ਤੇ ਤੈਨੂੰ ਘਾਹ ਖਵਾਇਆ ਜਾਵੇਗਾ ਜਿਵੇਂ ਬਲਦਾਂ ਨੂੰ ਖਵਾਈਦਾ ਹੈ। ਤੇ 7 ਸਮੇਂ ਤੇਰੇ ਉੱਤੇ ਬੀਤਣਗੇ ਤਾਂ ਤੈਨੂੰ ਪਤਾ ਲੱਗੇਗਾ ਕਿ ਅਤਮਹਾਨ ਮਨੁੱਖਾਂ ਦੇ ਰਾਜ ਵਿੱਚ ਸਰਦਾਰੀ ਕਰਦਾ ਹੈ ਅਤੇ ਜਿਹਨੂੰ ਚਾਹੁੰਦਾ ਹੈ ਉਹਨੂੰ ਦਿੰਦਾ ਹੈ। ਉਸੇ ਘੜੀ ਉਹ ਗੱਲ ਨਬੂਕਦਨੇਸਰ ਉੱਤੇ ਪੂਰੀ ਹੋਈ। ਉਹ ਮਨੁੱਖਾਂ ਵਿੱਚੋਂ ਹੱਕਿਆ ਗਿਆ ਤੇ ਬਲਦਾਂ ਵਾਂਗੂ ਘਾਹ ਖਾਣ ਲੱਗ ਪਿਆ ਅਤੇ ਉਹਦੀ ਦੇਹੀ ਆਕਾਸ਼ ਦੀ ਤਰੇਨ ਨਾਲ ਤਰ ਹੋਈ, ਇੱਥੋਂ ਤੱਕ ਕਿ ਉਹਦੇ ਵੱਲ ਉਕਾਬਾਂ ਦੇ ਪਰਾਂ ਵਾਂਗੂ ਅਤੇ ਉਹਦੇ ਨੌਂ ਪੰਛੀਆਂ ਦੇ ਨੋਹਾਂ ਵਰਗੇ ਵੱਧ ਗਏ। ਰਾਜਾ ਨਬੂਕਦਨੇਸਰ ਨੂੰ ਮਹਿਸੂਸ ਨਹੀਂ ਹੋਇਆ ਕਿ ਉਸਦਾ ਸਾਰਾ ਅਧਿਕਾਰ ਅਤੇ ਸ਼ਕਤੀ ਪਰਮੇਸ਼ਵਰ ਵੱਲੋਂ ਹੈ। ਇਸ ਲਈ ਉਸਨੇ ਕਿਹਾ ਕਿ ਇਹ ਵੱਡਾ ਬਾਬਲ ਨਹੀਂ ਹੈ ਜਿਸ ਨੂੰ ਮੈਂ ਹੀ ਵਸਾਇਆ ਹੈ। ਇਸ ਵਿਚਾਰ ਤੇ ਕਿ ਮੈਂ ਹੀ ਇਹ ਸਭ ਕੀਤਾ ਅਤੇ ਆਪਣੇ ਤੇ ਬਹੁਤ ਮਾਣ ਕਰ ਰਿਹਾ ਸੀ। ਜਿਵੇਂ ਹੀ ਉਸਨੇ ਇਹ ਕਿਹਾ, ਪਰਮੇਸ਼ਵਰ ਨੇ ਰਾਜਾ ਨਬੂਕਦਨੇਸਰ ਦਾ ਮਨ ਦੇਖਿਆ ਅਤੇ ਕਿਹਾ, ਹੇ ਰਾਜਾ ਨਬੂਕਦਨੇਸਰ, ਰਾਜ ਤੇਰੇ ਹੱਥੋਂ ਚਲਾ ਗਿਆ ਹੈ। ਬਾਈਬਲ ਦੇ ਵਚਨਾਂ ਦੇ ਦੁਆਰਾ ਪਰਮੇਸ਼ਵਰ ਸਾਨੂੰ ਚੰਗੀ ਤਰ੍ਹਾਂ ਦਿਖਾਉਂਦੇ ਹਨ ਕਿ ਕਦੋਂ ਅਤੇ ਕਿਵੇਂ ਅਸੀਂ ਸਭ ਕੁਝ ਗਵਾ ਸਕਦੇ ਹਾਂ ਅਤੇ ਇੱਥੋਂ ਤੱਕ ਕਿ ਸ਼ਕਤੀ ਅਤੇ ਵਡਿਆਈ ਵੀ ਪਰਮੇਸ਼ਵਰ ਨੇ ਬਖਸ਼ੀ, ਜਿਸ ਦਾ ਅਸੀਂ ਹੁਣ ਤੱਕ ਆਨੰਦ ਲਿਆ ਹੈ, ਵਾਪਸ ਕਿਵੇਂ ਲਈ ਜਾ ਸਕਦੀ ਹੈ। ਕਿਸੇ ਵੀ ਪਲ ਮਨੁੱਖਾਂ ਦੇ ਦਿਲਾਂ ਵਿੱਚ ਹੰਕਾਰ ਹੋਣ ਦੀ ਸੰਭਾਵਨਾ ਹੁੰਦੀ ਹੈ। ਰਾਜਾ ਨਬੂਕਦਨੇਸਰ ਦਾ ਦਿਲ, ਮੂਸਾ ਦਾ ਦਿਲ, ਹਾਰੂਨ ਦਾ ਦਿਲ, ਇੱਥੋਂ ਤੱਕ ਕਿ ਉਹਨਾਂ ਨਬੀਆਂ ਦਾ ਦਿਲ ਵੀ ਜਿਹੜੇ ਅੱਜ ਖੁਸ਼ਖਬਰੀ ਨੂੰ ਅੱਗੇ ਵਧਾਉਂਦੇ ਹਨ, ਬਾਈਬਲ ਸਾਨੂੰ ਸਾਫ਼-ਸਾਫ਼ ਦਿਖਾਉਂਦੀ ਹੈ ਕਿ ਜਦੋਂ ਸਾਡਾ ਅਜਿਹਾ ਦਿਲ ਹੁੰਦਾ ਹੈ, ਇਸ ਲਈ ਇਹ ਉਹ ਪਲ ਹੁੰਦਾ ਹੈ ਜਦੋਂ ਅਸੀਂ ਅਖੀਰ ਆਪਣੀ ਮਹਿਮਾ ਗਵਾ ਦਿੰਦੇ ਹਾਂ। ਦੋਵੇਂ ਮਾਮਲੇ ਸਾਨੂੰ ਸਿਖਾਉਂਦੇ ਹਨ ਕਿ ਉਹਨਾਂ ਨੇ ਪਰਮੇਸ਼ਵਰ ਦੀ ਵਡਿਆਈ ਨਹੀਂ ਪ੍ਰਗਟ ਕੀਤੀ। ਅਸਲ ਵਿੱਚ ਇਸ ਤਰ੍ਹਾਂ ਇਸ ਲਈ ਨਹੀਂ ਸੀ ਕਿਉਂ ਜੋ ਮੂਸਾ ਜਾਂ ਰਾਜਾ ਨਬੂਕਦਨੇਸਰ ਮਹਾਨ ਸੀ। ਮੂਸਾ ਤੇ ਰਾਜਾ ਨਬੂਕਦਨੇਸਰ ਇਸ ਤਰ੍ਹਾਂ ਦੇ ਲੋਕ ਸੀ ਜਿਹੜੇ ਪਰਮੇਸ਼ਵਰ ਦੇ ਦੂਤ ਦਾ ਕੰਮ ਕਰਦੇ ਸੀ। ਸੇਵਕ ਦੂਤ ਕੰਮ ਕਰਦੇ ਹਨ ਅਤੇ ਜੋ ਉਹਨਾਂ ਨੂੰ ਦੂਤ ਦੇ ਕੰਮ ਲਈ ਭੇਜਦਾ ਹੈ, ਉਸ ਦੇ ਕੋਲ ਹੀ ਸਾਰੀ ਸ਼ਕਤੀ, ਵਡਿਆਈ ਅਤੇ ਅਧਿਕਾਰ ਹੈ। ਹਾਲਾਂਕਿ ਉਹਨਾਂ ਨੇ ਗਲਤ ਸਮਝਿਆ ਕਿ ਲੋਕ ਆਪਣੀ ਸ਼ਕਤੀ ਅਤੇ ਅਧਿਕਾਰ ਦੇ ਕਾਰਨ ਕੰਬ ਰਹੇ ਸੀ। ਇਸ ਲਈ ਪਰਮੇਸ਼ਵਰ ਨੇ ਘੋਸ਼ਣਾ ਕੀਤੀ ਕਿ ਰਾਜ ਦੀ ਵਡਿਆਈ ਅਤੇ ਅਧਿਕਾਰ ਤੁਹਾਡੇ ਕੋਲੋਂ ਲੈ ਲਿਆ ਗਿਆ ਹੈ। ਅੱਜ ਇਹ ਮਾਮਲੇ ਸਾਨੂੰ ਸਿੱਖਿਅਤ ਕਰਦੇ ਹਨ ਕਿ ਸਾਨੂੰ ਹਮੇਸ਼ਾ ਪਰਮੇਸ਼ਵਰ ਦੀ ਪਵਿੱਤਰਤਾ ਨੂੰ ਕਿਉਂ ਦਿਖਾਉਣਾ ਚਾਹੀਦਾ ਹੈ। ਅਤੇ ਨਵੇਂ ਨੇਮ ਵਿੱਚ ਇਹ ਦਾਖਲ ਕੀਤਾ ਗਿਆ ਹੈ ਕਿ ਜਿਸ ਦਿਨ ਇਜ਼ਰਾਈਲ ਦੇ ਰਾਜਾ ਹੈਰੋਦੇਸ ਨੇ ਪਰਮੇਸ਼ਵਰ ਦੀ ਉਸਤਤ ਨਹੀਂ ਕੀਤੀ, ਉਸ ਦਿਨ ਉਹ ਮਾਰਿਆ ਗਿਆ। ਆਓ ਅਸੀਂ ਰਸੂਲਾਂ ਦੇ ਕਰਤੱਵ ਅਧਿਆਇ 12 ਦੇਖੀਏ। ਅਧਿਆਇ 12 ਆਇਤ 20। ਹੈਰੋਦੇਸ ਸੂਰ ਅਤੇ ਸੈਦਾਂ ਦੇ ਲੋਕਾਂ ਨਾਲ ਬਹੁਤ ਨਾਰਾਜ਼ ਸੀ। ਤਦ ਉਹ ਇੱਕ ਮਨ ਹੋ ਕੇ ਉਹਦੇ ਕੋਲ ਆਏ ਔਰ ਬਲਾਸਤੁਸ ਨੂੰ, ਜਿਹੜਾ ਰਾਜੇ ਦੇ ਮਹਿਲ ਦਾ ਨਾਜ਼ਰ ਸੀ, ਫੁਸਲਾ ਕੇ ਸੁਲਾਹ ਲਈ ਅਰਜ਼ ਕਰਨ ਲੱਗੇ ਕਿਉਂ ਜੋ ਉਹਨਾਂ ਦੇ ਦੇਸ਼ ਦੀ ਪਿਰਤਪਾਲ ਰਾਜੇ ਦੇ ਦੇਸ਼ ਤੋਂ ਹੁੰਦੀ ਸੀ। ਹੈਰੋਦੇਸ ਇੱਕ ਮਿੱਥੇ ਹੋਏ ਦਿਨ ਨੂੰ ਰਾਜ ਬਸਤਰ ਪਹਿਨ ਕੇ ਅਦਾਲਤ ਦੇ ਸਿੰਘਾਸਨ ਉੱਤੇ ਬੈਠਾ ਔਰ ਉਹਨਾਂ ਦੇ ਅੱਗੇ ਬੋਲਣ ਲੱਗਾ।
ਅਤੇ ਲੋਕ ਉੱਚੀ ਦੇ ਕੇ ਬੋਲ ਉੱਠੇ, ਭਾਈ ਇਹ ਤਾਂ ਦਿਉਤੇ ਦੀ ਆਵਾਜ਼ ਹੈ, ਮਨੁੱਖ ਦੀ ਨਹੀਂ। ਤਾਂ ਉਵੇਂ ਪ੍ਰਭੂ ਦੇ ਇੱਕ ਦੂਤ ਨੇ ਉਹਨੂੰ ਮਾਰਿਆ, ਇਸ ਲਈ ਜੋ ਉਹਨੇ ਪਰਮੇਸ਼ਵਰ ਦੀ ਵਡਿਆਈ ਨਾ ਕੀਤੀ ਅਤੇ ਕੀੜੇ ਪੈ ਕੇ ਮਰ ਗਿਆ। ਹੈਰੋਦੇਸ ਬਹੁਤ ਸਾਰੀਆਂ ਘਟਨਾਵਾਂ ਕਰਕੇ ਸੂਰ ਅਤੇ ਸੈਦਾਂ ਦੇ ਲੋਕਾਂ ਨਾਲ ਬਹੁਤ ਨਾਰਾਜ਼ ਸੀ। ਹਾਲਾਂਕਿ ਦੋਵੇਂ ਦੇਸ਼ਾਂ ਦੇ ਲੋਕਾਂ ਨੇ ਸ਼ਾਂਤੀ ਦੀ ਮੰਗ ਕੀਤੀ, ਪਰ ਉਹ ਹੈਰੋਦੇਸ ਦਾ ਮਨ ਨਹੀਂ ਬਦਲ ਸਕੇ। ਇੱਕ ਦਿਨ ਉਹਨਾਂ ਨੂੰ ਰਾਜਾ ਹੈਰੋਦੇਸ ਨੂੰ ਮਿਲਣ ਦਾ ਮੌਕਾ ਦਿੱਤਾ ਗਿਆ। ਹੈਰੋਦੇਸ ਨੇ ਆਪਣੇ ਲੋਕਾਂ ਨੂੰ ਸਿਖਾਉਣ ਦੇ ਲਈ ਇੱਕ ਦਿਨ ਠਹਿਰਾਇਆ। ਉਹ ਉਹਨਾਂ ਨੂੰ ਸਿਖਾਉਣਾ ਚਾਹੁੰਦਾ ਸੀ। ਸੂਰ ਅਤੇ ਸੈਦਾ ਦੇ ਲੋਕ ਹੈਰੋਦੇਸ ਦੇ ਭਾਸ਼ਣ ਨੂੰ ਸੁਣਨ ਲਈ ਇਕੱਠੇ ਹੋਏ। ਮੈਨੂੰ ਨਹੀਂ ਪਤਾ ਕਿ ਹੈਰੋਦੇਸ ਬੋਲਣ ਵਿੱਚ ਚੰਗਾ ਸੀ ਜਾਂ ਨਹੀਂ, ਜੋ ਵੀ ਹੋਵੇ, ਕਿਉਂਕਿ ਉਹਨਾਂ ਨੂੰ ਹੈਰੋਦੇਸ ਨੂੰ ਚੰਗਾ ਮਹਿਸੂਸ ਕਰਾਉਣਾ ਸੀ। ਤਦ ਲੋਕਾਂ ਨੇ ਕਿਹਾ, ਇਹ ਇੱਕ ਮਨੁੱਖ ਦਾ ਸ਼ਬਦ ਨਹੀਂ ਹੈ, ਇਹ ਸੱਚਮੁੱਚ ਪਰਮੇਸ਼ਵਰ ਦਾ ਸ਼ਬਦ ਹੈ। ਦੂਸਰੇ ਸ਼ਬਦਾਂ ਵਿੱਚ ਉਹਨਾਂ ਨੇ ਉਸ ਦੀ ਚਾਪਲੂਸੀ ਕੀਤੀ। ਜਦੋਂ ਇਹ ਹੋਇਆ ਤਦ ਹੈਰੋਦੇਸ ਨੇ ਪਰਮੇਸ਼ਵਰ ਦੀ ਉਸਤਤ ਨਹੀਂ ਕੀਤੀ, ਪਰ ਸੋਚਿਆ ਇਹ ਲੋਕ ਮੇਰੀ ਬਹੁਤ ਪ੍ਰਸ਼ੰਸਾ ਕਰ ਰਹੇ ਹਨ ਕਿਉਂਕਿ ਮੇਰਾ ਭਾਸ਼ਣ ਬਹੁਤ ਵਧੀਆ ਸੀ। ਉਸ ਵਕਤ ਉਹ ਹੰਕਾਰੀ ਹੋ ਗਿਆ ਅਤੇ ਉਸਨੇ ਪਰਮੇਸ਼ਵਰ ਦੀ ਉਸਤਤ ਨਹੀਂ ਕੀਤੀ। ਇਸ ਕਰਕੇ ਪਰਮੇਸ਼ਵਰ ਦੇ ਇੱਕ ਸਵਰਗਦੂਤ ਨੇ ਉਸਨੂੰ ਤੁਰੰਤ ਮਾਰਿਆ ਅਤੇ ਉਹ ਕੀੜੇ ਪੈਣ ਕਰਕੇ ਮਰ ਗਿਆ। ਇਹ ਪਹਿਲਾ ਚੜ੍ਹ ਦੇ ਦਿਨਾਂ ਵਿੱਚ ਹੋਇਆ ਸੀ। ਦਾਨੀਏਲ ਦੇ ਸਮੇਂ ਵਿੱਚ ਰਾਜਾ ਨਬੂਕਦਨੇਸਰ ਗਿਣਤੀ ਅਧਿਆਇ 20 ਵਿੱਚ ਮਰੀਬਾ ਨਾਮ ਦੇ ਸੋਤੇ ਦੇ ਕੋਲ ਮੂਸਾ ਅਤੇ ਹਾਰੂਨ, ਅਤੇ ਰਸੂਲਾਂ ਦੇ ਕਰਤੱਵ ਅਧਿਆਇ 12 ਵਿੱਚ ਹੈਰੋਦੇਸ। ਜਦ ਉਹਨਾਂ ਨੇ ਪਰਮੇਸ਼ਵਰ ਦੀ ਪਵਿੱਤਰਤਾ ਨੂੰ ਟਕਿਆ ਤਦ ਉਹਨਾਂ ਸਭ ਨੂੰ ਇੱਕ ਭਿਆਨਕ ਨਤੀਜਾ ਮਿਲਿਆ। ਦੂਸਰੇ ਪਾਸੇ ਆਓ ਅਸੀਂ ਇਸ ਤਰ੍ਹਾਂ ਦੇ ਕੁਝ ਮਾਮਲਿਆਂ ਨੂੰ ਦੇਖੀਏ ਜਦ ਪਰਮੇਸ਼ਵਰ ਖੁਸ਼ ਹੋਏ ਸੀ। ਆਓ ਅਸੀਂ ਦਾਨੀਏਲ ਅਧਿਆਇ 2 ਵਚਨ 27 ਉੱਤੇ ਇੱਕ ਨਜ਼ਰ ਪਾਈਏ। ਅਧਿਆਇ 2 ਵਚਨ 27। ਦਾਨੀਏਲ ਨੇ ਰਾਜੇ ਦੇ ਦਰਬਾਰ ਉੱਤਰ ਦੇ ਕੇ ਆਖਿਆ, ਉਹ ਭੇਦ ਜੋ ਮਹਾਰਾਜ ਪੁੱਛਦਾ ਹੈ, ਨਾ ਤਾਂ ਗਿਆਨੀ, ਨਾ ਜਾਦੂਗਰ, ਨਾ ਮੰਤਰੀ, ਨਾ ਅੰਗਮ ਜਾਣੀ ਮਹਾਰਾਜ ਨੂੰ ਦੱਸ ਸਕਦੇ ਹਨ, ਪਰ ਆਕਾਸ਼ ਉੱਤੇ ਇੱਕ ਪਰਮੇਸ਼ਵਰ ਹੈ ਜਿਹੜਾ ਭੇਤਾਂ ਦੀਆਂ ਗੱਲਾਂ ਪ੍ਰਗਟ ਕਰਦਾ ਹੈ। ਦਾਨੀਏਲ ਨੇ ਕਿਹਾ, ਪਰਮੇਸ਼ਵਰ ਦੇ ਇਲਾਵਾ ਕੋਈ ਵੀ ਰਾਜਾ ਨਬੂਕਦਨੇਸਰ ਦੇ ਸੁਪਨੇ ਦੀ ਵਿਆਖਿਆ ਨਹੀਂ ਕਰ ਸਕਦਾ। ਦਾਨੀਏਲ ਨਬੂਕਦਨੇਸਰ ਨੂੰ ਪਰਮੇਸ਼ਵਰ ਦੀ ਸ਼ਕਤੀ ਅਤੇ ਵਡਿਆਈ ਦੇ ਬਾਰੇ ਦੱਸ ਰਿਹਾ ਹੈ। ਆਓ ਅਸੀਂ ਆਇਤ 28 ਦੇ ਨਾਲ ਜਾਰੀ ਰਹੀਏ। ਅਤੇ ਉਹਨੇ ਮਹਾਰਾਜ ਨਬੂਕਦਨੇਸਰ ਉੱਤੇ ਪ੍ਰਗਟ ਕੀਤਾ ਹੈ ਕਿ ਅੰਤ ਦੇ ਦਿਨਾਂ ਵਿੱਚ ਕੀ ਕੁਝ ਹੋ ਜਾਵੇਗਾ। ਤੁਹਾਡਾ ਸੁਪਨਾ ਤੇ ਤੁਹਾਡੇ ਸਿਰ ਦੇ ਦਰਸ਼ਨ ਜਿਹੜੇ ਤੁਸੀਂ ਆਪਣੇ ਪਲੰਗ ਉੱਤੇ ਵੇਖੇ ਇਹ ਹਨ। ਹੇ ਮਹਾਰਾਜ, ਤੁਸੀਂ ਆਪਣੇ ਪਲੰਗ ਉੱਤੇ ਪਏ ਹੋਏ ਖਿਆਲ ਕੀਤਾ ਕਿ ਅੰਗਮ ਨੂੰ ਕੀ ਹੋਵੇਗਾ। ਸੋ ਉਹ ਜਿਹੜਾ ਭੇਤਾਂ ਦਾ ਖੋਲਣ ਵਾਲਾ ਹੈ ਉਹ ਤੁਹਾਡੇ ਉੱਤੇ ਪ੍ਰਗਟ ਕਰਦਾ ਹੈ ਕਿ ਕੀ ਕੁਝ ਹੋਵੇਗਾ। ਪਰ ਰਿਹਾ ਬੰਦਾ ਇਸ ਭੇਦ ਦੇ ਮੇਰੇ ਉੱਤੇ ਪ੍ਰਗਟ ਹੋਣ ਦਾ ਕਾਰਨ ਇਹ ਨਹੀਂ ਕਿ ਮੇਰੇ ਵਿੱਚ ਕਿਸੇ ਹੋਰ ਜੀਵ ਨਾਲੋਂ ਵਧੇਰੀ ਬੁੱਧੀ ਹੈ। ਹੇ ਮਹਾਰਾਜ, ਤੁਸਾਂ ਨਿਗਾਹ ਕੀਤੀ ਤਾਂ ਕੀ ਵੇਖਿਆ? ਭਾਈ ਇੱਕ ਵੱਡੀ ਮੂਰਤ ਹੈ ਸੀ। ਉਹ ਮੂਰਤ ਜਿਹੜੀ ਬਲਵੰਤ ਸੀ, ਜਿਹਦੀ ਚਮਕ ਅਤ ਉੱਤਮ ਸੀ, ਤੁਹਾਡੇ ਸਾਹਮਣੇ ਖੜੀ ਹੋਈ ਅਤੇ ਉਹਦਾ ਰੂਪ ਭਿਆਨਕ ਸੀ। ਰਹੀ ਉਹ ਮੂਰਤ, ਉਹਦਾ ਸਿਰ ਚੋਖੇ ਸੋਨੇ ਦਾ ਸੀ, ਉਹਦੀ ਹਿੱਕ ਤੇ ਉਹਦੀਆਂ ਬਾਹਾਂ ਚਾਂਦੀ ਦੀਆਂ, ਉਹਦਾ ਢਿੱਡ ਤੇ ਉਹਦੇ ਪੱਟ ਪਿੱਤਲ ਦੇ, ਉਹਦੀਆਂ ਲੱਤਾਂ ਲੋਹੇ ਦੀਆਂ, ਉਹਦੇ ਪੈਰ ਕੁਝ ਲੋਹੇ ਦੇ ਕੁਝ ਮਿੱਟੀ ਦੇ ਸਨ। ਤੁਸੀਂ ਉਹਨੂੰ ਵੇਖਦੇ ਰਹੇ ਇੱਥੋਂ ਤੱਕ ਕਿ ਭਾਈ ਇੱਕ ਪੱਥਰ ਬਿਨਾਂ ਹੱਥ ਲਾਏ ਵੱਢ ਕੇ ਕੱਢਿਆ ਗਿਆ, ਜਿਨੇ ਉਸ ਮੂਰਤ ਨੂੰ ਉਹਦੇ ਪੈਰਾਂ ਉੱਤੇ ਜਿਹੜੇ ਲੋਹੇ ਤੇ ਮਿੱਟੀ ਦੇ ਸਨ ਮਾਰਿਆ ਅਤੇ ਉਹਨੂੰ ਟੋਟੇ-ਟੋਟੇ ਕਰ ਦਿੱਤਾ। ਤਦ ਲੋਹਾ, ਮਿੱਟੀ, ਪਿੱਤਲ, ਚਾਂਦੀ ਤੇ ਸੋਨਾ ਸਾਰੇ ਟੋਟੇ-ਟੋਟੇ ਕਰ ਦਿੱਤੇ ਗਏ ਅਤੇ ਗਰਮੀ ਦੀ ਰੁੱਤ ਦੀ ਪੀੜ ਦੀ ਤੂੜੀ ਵਾਂਗੂ ਹੋ ਗਏ ਅਤੇ ਵਾਓ ਉਹਨਾਂ ਨੂੰ ਉਡਾ ਲੈ ਗਈ ਇੱਥੋਂ ਤਾਈਂ ਕਿ ਉਹਨਾਂ ਦੇ ਲਈ ਕੋਈ ਥਾਂ ਨਾ ਰਹੀ। ਅਤੇ ਉਹ ਪੱਥਰ ਜਿਹਨੇ ਉਸ ਮੂਰਤ ਨੂੰ ਮਾਰਿਆ ਇੱਕ ਵੱਡਾ ਪਹਾੜ ਬਣ ਗਿਆ ਤੇ ਸਾਰੀ ਧਰਤੀ ਨੂੰ ਭਰ ਦਿੱਤਾ। ਸੁਪਨਾ ਇਹੀ ਹੈ ਅਤੇ ਉਹਦਾ ਅਰਥ ਮਹਾਰਾਜ ਦੇ ਦਰਬਾਰ ਦੱਸਦੇ ਹਾਂ। ਜਦੋਂ ਕਿ ਜਾਦੂਗਰ, ਗਿਆਨੀਆਂ ਅਤੇ ਜੋਸ਼ੀਆਂ ਵਿੱਚੋਂ ਕੋਈ ਵੀ ਨਬੂਕਦਨੇਸਰ ਨੂੰ ਉਸਦੇ ਸੁਪਨੇ ਬਾਰੇ ਨਹੀਂ ਦੱਸ ਸਕਿਆ, ਤਦ ਦਾਨੀਏਲ ਨੇ ਸੁਪਨਾ ਅਤੇ ਉਸਦਾ ਅਰਥ ਵੀ ਦੱਸਿਆ। ਉਸ ਸਮੇਂ ਦਾਨੀਏਲ ਨੇ ਖੁਦ ਦੇ ਬਾਰੇ ਵਿੱਚ ਘੁਮੰਡ ਨਹੀਂ ਕੀਤਾ। ਉਸਨੇ ਪਰਮੇਸ਼ਵਰ ਨੂੰ ਸਾਰੀ ਵਡਿਆਈ ਦਿੱਤੀ। ਉਸਨੇ ਕਿਹਾ, ਭੇਤਾਂ ਨੂੰ ਪ੍ਰਗਟ ਕਰਨ ਵਾਲਾ ਕੋਈ ਹੋਰ ਨਹੀਂ ਬਲਕਿ ਪਰਮੇਸ਼ਵਰ ਹੈ। ਜਦ ਅਸੀਂ ਦਾਨੀਏਲ ਦੇ ਮਾਮਲੇ ਦੀ ਤੁਲਨਾ
ਹੈਰੋਦੇਸ ਅਤੇ ਨਬੂਕਦਨੇਸਰ ਦੇ ਮਾਮਲੇ ਨਾਲ ਅਤੇ ਮੂਸਾ ਅਤੇ ਹਾਰੂਨ ਦੇ ਮਾਮਲੇ ਨਾਲ ਕਰਦੇ ਹਾਂ, ਜਿਨ੍ਹਾਂ ਨੇ ਜੰਗਲ ਵਿੱਚ 40 ਸਾਲਾਂ ਦੇ ਅੰਤ ਵਿੱਚ ਇੱਕ ਛੋਟੀ ਜਿਹੀ ਗਲਤੀ ਕੀਤੀ, ਤਦ ਅਸੀਂ ਮਹਿਸੂਸ ਕਰ ਸਕਦੇ ਹਾਂ ਕਿ ਦਾਨੀਏਲ ਦੇ ਵਾਂਗ ਸਾਨੂੰ ਆਪਣਾ ਜੀਵਨ ਹਮੇਸ਼ਾ ਪਰਮੇਸ਼ਵਰ ਦੀ ਮੌਜੂਦਗੀ ਅਤੇ ਵਡਿਆਈ ਨੂੰ ਪ੍ਰਗਟ ਕਰਦੇ ਹੋਏ ਜਿਉਣਾ ਚਾਹੀਦਾ ਹੈ। ਮੂਸਾ ਜੰਗਲ ਵਿੱਚ 40 ਸਾਲਾਂ ਦੇ ਅੰਤ ਵਿੱਚ ਇਸ ਤਰ੍ਹਾਂ ਦੀ ਗਲਤੀ ਕਰਨ ਦੇ ਕਾਰਨ ਕਨਾਨ ਦੇਸ਼ ਵਿੱਚ ਦਾਖਲ ਹੋਣ ਵਿੱਚ ਅਸਫਲ ਰਿਹਾ। ਇਹ ਸਾਡੇ ਲਈ ਇੱਕ ਵੱਡਾ ਸਬਕ ਹੈ। ਦਾਨੀਏਲ ਅਧਿਆਇ 2 ਵਚਨ 46 ਵਿੱਚ ਲਿਖਿਆ ਹੈ, ਤਦ ਨਬੂਕਦਨੇਸਰ ਰਾਜਾ ਨੇ ਮੂੰਹ ਦੇ ਭਾਰ ਡਿੱਗ ਕੇ ਦਾਨੀਏਲ ਦੀ ਪੂਜਾ ਕੀਤੀ ਅਤੇ ਆਗਿਆ ਦਿੱਤੀ ਕਿ ਉਹਨੂੰ ਚੜਾਵਾ ਦੇਣ ਤੇ ਉਹਦੇ ਅੱਗੇ ਧੂਪ ਤਕਾਉਣ। ਰਾਜੇ ਨੇ ਦਾਨੀਏਲ ਨੂੰ ਆਖਿਆ, ਨਿਸੰਗ ਤੇਰਾ ਪਰਮੇਸ਼ਵਰ ਦੇਵਤਿਆਂ ਦਾ ਦੇਵਤਾ ਅਤੇ ਰਾਜਿਆਂ ਦਾ ਪ੍ਰਭੂ ਹੈ। ਕੀ ਰਾਜਾ ਨਬੂਕਦਨੇਸਰ ਪਰਮੇਸ਼ਵਰ ਨੂੰ ਜਾਣਦਾ ਸੀ? ਨਹੀਂ, ਉਹ ਦਾਨੀਏਲ ਦੇ ਦੁਆਰਾ ਪਰਮੇਸ਼ਵਰ ਨੂੰ ਜਾਣ ਪਾਇਆ। ਜਦ ਦਾਨੀਏਲ ਨੇ ਕਿਹਾ, ਸਵਰਗ ਵਿੱਚ ਪਰਮੇਸ਼ਵਰ ਦੇ ਇਲਾਵਾ ਕੋਈ ਵੀ ਨਹੀਂ ਹੈ ਜੋ ਇਸ ਭੇਤ ਨੂੰ ਪ੍ਰਗਟ ਕਰ ਸਕਦਾ ਹੈ, ਤਦ ਨਬੂਕਦਨੇਸਰ ਦੇ ਮਨ ਵਿੱਚ ਪਰਮੇਸ਼ਵਰ ਦੀ ਮੌਜੂਦਗੀ ਦੀ ਮੋਹਰ ਲੱਗ ਗਈ ਅਤੇ ਉਸਨੇ ਕਿਹਾ, ਸੱਚ ਇਹ ਹੈ ਕਿ ਇਹ ਕੋਈ ਮਨੁੱਖ ਨਹੀਂ ਪਰ ਤੁਹਾਡਾ ਪਰਮੇਸ਼ਵਰ ਹੈ ਜੋ ਇਸ ਤਰ੍ਹਾਂ ਕਰ ਸਕਦਾ ਹੈ। ਨਿਸੰਗ ਤੇਰਾ ਪਰਮੇਸ਼ਵਰ ਦੇਵਤਿਆਂ ਦਾ ਦੇਵਤਾ ਅਤੇ ਰਾਜਿਆਂ ਦਾ ਪ੍ਰਭੂ ਅਤੇ ਭੇਤ ਖੋਲਣ ਵਾਲਾ ਹੈ, ਕਿਉਂ ਜੋ ਤੂੰ ਇਸ ਭੇਤ ਨੂੰ ਖੋਲ ਸਕਿਆ। ਤਦ ਰਾਜੇ ਨੇ ਦਾਨੀਏਲ ਨੂੰ ਉੱਚਾ ਕੀਤਾ ਅਤੇ ਉਹਨੂੰ ਬਹੁਤ ਵੱਡੀਆਂ ਦਾਤਾਂ ਦਿੱਤੀਆਂ ਅਤੇ ਉਹਨੂੰ ਬਾਬਲ ਦੇ ਸਾਰੇ ਸੂਬੇ ਉੱਤੇ ਹੁਕਮਰਾਨੀ ਦਿੱਤੀ ਅਤੇ ਬਾਬਲ ਦੇ ਸਾਰੇ ਗਿਆਨੀਆਂ ਉੱਤੇ ਸਰਦਾਰ ਬਣਾਇਆ। ਤਦ ਦਾਨੀਏਲ ਨੇ ਰਾਜੇ ਅੱਗੇ ਅਰਦਾਸ ਕੀਤੀ ਔਰ ਉਹਨੇ ਸ਼ਦਰਕ, ਮੇਸ਼ਕ ਤੇ ਅਬੇਦਨਗੋ ਨੂੰ ਬਾਬਲ ਦੇ ਸੂਬੇ ਦੇ ਵਿਹਾਰਾਂ ਉੱਤੇ ਥਾਪਿਆ, ਪਰ ਦਾਨੀਏਲ ਰਾਜੇ ਦੀ ਡਿਊਟੀ ਵਿੱਚ ਰਿਹਾ। ਇਹਨਾਂ ਸਾਰੇ ਦ੍ਰਿਸ਼ਾਂ ਦੇ ਦੁਆਰਾ ਅਸੀਂ ਸਿੱਖ ਸਕਦੇ ਹਾਂ ਕਿ ਵਿਸ਼ਵਾਸ ਦੇ ਰਾਹ ਉੱਤੇ ਚੱਲਦੇ ਹੋਏ ਹੁਣ ਤੋਂ ਸਾਨੂੰ ਉਸੇ ਤਰ੍ਹਾਂ ਹੀ ਕਰਨਾ ਚਾਹੀਦਾ ਹੈ ਜਿਵੇਂ ਦਾਨੀਏਲ ਨੇ ਕਿਹਾ ਸੀ। ਜਦ ਲੋਕਾਂ ਨੇ ਕਿਹਾ, ਇਹ ਮਨੁੱਖ ਦਾ ਨਹੀਂ ਪਰ ਪਰਮੇਸ਼ਵਰ ਦਾ ਸ਼ਬਦ ਹੈ, ਤੁਸੀਂ ਇਹ ਮਹਾਨ ਭਾਸ਼ਣ ਕਿਵੇਂ ਦੇ ਸਕਦੇ ਹੋ? ਮੈਂ ਇਸ ਤਰ੍ਹਾਂ ਦਾ ਮਹਾਨ ਭਾਸ਼ਣ ਕਦੇ ਨਹੀਂ ਸੁਣਿਆ। ਤਦ ਇਹ ਸੁਣ ਕੇ ਰਾਜਾ ਹੈਰੋਦੇਸ ਨੂੰ ਮਾਣ ਹੋਇਆ। ਮੂਸਾ ਤੇ ਹਾਰੂਨ ਦੇ ਨਾਲ ਵੀ ਇਸ ਤਰ੍ਹਾਂ ਹੀ ਹੋਇਆ ਸੀ। ਪਰਮੇਸ਼ਵਰ ਨੇ ਕਿਹਾ, ਆਪਣੀ ਸੋਟੀ ਚੱਟਾਨ ਉੱਤੇ ਮਾਰ ਅਤੇ ਉਸ ਵਿੱਚੋਂ ਪਾਣੀ ਨਿਕਲੇਗਾ। ਮੂਸਾ ਦੀ ਸੋਟੀ ਖੁਦ ਇੱਕ ਜਾਦੂ ਵਾਲੀ ਸੋਟੀ ਨਹੀਂ ਸੀ, ਇਹ ਸਿਰਫ ਇੱਕ ਸਧਾਰਨ ਸੋਟੀ ਸੀ। ਭਾਵੇਂ ਸਾਰਾ ਕੁਝ ਪਰਮੇਸ਼ਵਰ ਦੁਆਰਾ ਕੀਤਾ ਗਿਆ ਸੀ, ਫਿਰ ਵੀ ਉਹਨਾਂ ਨੇ ਪਰਮੇਸ਼ਵਰ ਦੀ ਵਡਿਆਈ ਨੂੰ ਪ੍ਰਗਟ ਨਹੀਂ ਕੀਤਾ। ਉਸ ਦੇ ਬਦਲੇ ਉਹਨਾਂ ਨੇ ਕਿਹਾ ਕਿ ਸਾਨੂੰ ਤੁਹਾਡੇ ਲਈ ਪਾਣੀ ਕੱਢਣਾ ਹੋਵੇਗਾ ਅਤੇ ਚੱਟਾਨ ਉੱਤੇ ਮਾਰਿਆ। ਮੂਸਾ ਤੇ ਹਾਰੂਨ ਆਪਣੀ ਸਿਰਫ ਇੱਕ ਛੋਟੀ ਗਲਤੀ ਦੇ ਕਾਰਨ ਕਨਾਨ ਦੇਸ਼ ਵਿੱਚ ਦਾਖਲ ਨਹੀਂ ਹੋ ਸਕੇ। ਮੂਸਾ ਨੂੰ ਕਨਾਨ ਦੇ ਸਾਹਮਣੇ ਨਬੋ ਪਹਾੜ ਉੱਤੇ ਸਿਰਫ ਦੂਰ ਤੋਂ ਕਨਾਨ ਦੇਖਣ ਦੀ ਆਗਿਆ ਦਿੱਤੀ ਗਈ ਸੀ। ਅੱਜ ਕੀ ਸਾਨੂੰ ਦਾਨੀਏਲ ਦੇ ਵਾਂਗ ਸਮਝ ਰੱਖ ਕੇ ਹਮੇਸ਼ਾ ਪਰਮੇਸ਼ਵਰ ਦੀ ਪਵਿੱਤਰਤਾ ਨੂੰ ਪ੍ਰਦਰਸ਼ਿਤ ਨਹੀਂ ਕਰਨਾ ਚਾਹੀਦਾ? ਇਸ ਤਰ੍ਹਾਂ ਦੀ ਕਹਾਣੀ ਨੂੰ ਅਸੀਂ ਨਵੇਂ ਨੇਮ ਵਿੱਚ ਵੀ ਪਾ ਸਕਦੇ ਹਾਂ। ਆਓ ਅਸੀਂ ਰਸੂਲਾਂ ਦੇ ਕਰਤੱਵ ਅਧਿਆਇ 3 ਵਚਨ 6 ਦੇਖੀਏ। ਇਹ ਦ੍ਰਿਸ਼ ਦਿਖਾਉਂਦਾ ਹੈ ਕਿ ਪਤਰਸ ਇੱਕ ਲੰਗੜੇ ਮਨੁੱਖ ਨੂੰ ਚੰਗਾ ਕਰਨ ਦੇ ਲਈ ਇੱਕ ਚਮਤਕਾਰ ਕਰ ਰਿਹਾ ਹੈ। ਪਰ ਪਤਰਸ ਨੇ ਆਖਿਆ, ਸੋਨਾ ਚਾਂਦੀ ਤਾਂ ਮੇਰੇ ਕੋਲ ਨਹੀਂ, ਪਰ ਜੋ ਮੇਰੇ ਕੋਲ ਹੈ ਸੋ ਤੈਨੂੰ ਦਿੰਦਾ ਹੈ। ਯੀਸ਼ੂ ਨਾਸਰੀ ਦੇ ਨਾਮ ਨਾਲ ਤੁਰ ਫਿਰ। ਤਾਂ ਉਸਨੇ ਉਹਦਾ ਸੱਜਾ ਹੱਥ ਫੜ ਕੇ ਉਹਨੂੰ ਉਠਾ ਲਿਆ। ਉਸੇ ਵੇਲੇ ਉਹਦੇ ਪੈਰ ਅਰ ਗਿੱਟੇ ਤਕੜੇ ਹੋ ਗਏ ਅਤੇ ਉਹ ਕੁੱਦ ਕੇ ਉੱਠ ਖੜਾ ਹੋਇਆ ਅਰ ਤੁਰਨ ਲੱਗਾ ਅਰ ਤੁਰਦਾ ਤੇ ਛਾਲਾ ਮਾਰਦਾ ਅਤੇ ਪਰਮੇਸ਼ਵਰ ਦੀ ਉਸਤਤ ਕਰਦਾ ਹੋਇਆ ਉਹਨਾਂ ਨਾਲ ਹੈਕਲ ਵਿੱਚ ਗਿਆ। ਸਭਨਾਂ ਲੋਕਾਂ ਨੇ ਉਹਨੂੰ ਤੁਰਦਾ ਅਤੇ ਪਰਮੇਸ਼ਵਰ ਦੀ ਉਸਤਤ ਕਰਦਾ ਵੇਖਿਆ ਅਤੇ ਉਹਨੂੰ ਪਛਾਣ ਲਿਆ। ਭਾਈ, ਇਹ ਉਹ ਹੈ ਜਿਹੜਾ ਹੈਕਲ ਦੇ ਸੋਹਣੇ ਫਾਟਕ ਉੱਤੇ ਭਿੱਖਿਆ ਮੰਗਣ ਨੂੰ ਬਹਿੰਦਾ ਹੁੰਦਾ ਸੀ। ਅਤੇ ਜੋ ਉਹਦੇ ਨਾਲ ਹੋਇਆ ਸੀ ਉਹ ਉਸ ਤੋਂ ਡਾਢੇ ਹੈਰਾਨ ਹੋਏ ਅਤੇ ਅਚਰਜ ਮੰਨਿਆ। ਜਿਸ ਵੇਲੇ ਉਹ ਪਤਰਸ ਅਤੇ ਯਹੂਨਾ ਨੂੰ ਚਿੰਬੜਦਾ ਜਾਂਦਾ ਸੀ, ਸਾਰੇ ਲੋਕ ਬਹੁਤ ਦੰਗ ਹੋਏ। ਉਸ ਦਲਾਨ ਵਿੱਚ ਜਿਹੜਾ ਸੁਲੇਮਾਨ ਦਾ ਸਦੀਦਾ ਹੈ ਉਹਨਾਂ ਕੋਲ ਦੌੜ ਆਏ। ਇਹ ਵੇਖ ਕੇ ਪਤਰਸ ਨੇ ਲੋਕਾਂ ਨੂੰ ਅੱਗੋਂ ਆਖਿਆ ਕਿ ਹੇ ਇਜ਼ਰਾਈਲੀਓ, ਇਸ ਮਨੁੱਖ ਉੱਤੇ ਤੁਸੀਂ ਕਿਉਂ ਅਚਰਜ ਮੰਨਦੇ ਹੋ ਅਤੇ ਸਾਡੇ ਵੱਲ ਇਉਂ ਕਾਹਨੂੰ ਤੱਕ ਰਹੇ ਹੋ? ਭਾਈ ਜਾਣੀਦਾ, ਅਸਾਂ ਆਪਣੀ ਸਮਰਥਾ ਜਾਂ ਭਗਤੀ ਨਾਲ ਇਹਨੂੰ ਤੁਰਨ ਦੀ ਸ਼ਕਤੀ ਦਿੱਤੀ। ਅਬਰਾਹਮ ਅਤੇ ਇਜ਼ਾਕ ਅਤੇ ਯਾਕੂਬ ਦੇ ਪਰਮੇਸ਼ਵਰ ਨੇ
ਅਰਥਾਤ ਸਾਡੇ ਪਿਓ ਦਾਦਿਆਂ ਦੇ ਪਰਮੇਸ਼ਵਰ ਨੇ ਆਪਣੇ ਸੇਵਕ ਯੀਸ਼ੂ ਦੀ ਵਡਿਆਈ ਕੀਤੀ, ਜਿਹਨੂੰ ਤੁਸਾਂ ਹਵਾਲੇ ਕੀਤਾ ਅਤੇ ਪਿਲਾਤੁਸ ਦੇ ਸਾਹਮਣੇ ਉਸ ਤੋਂ ਇਨਕਾਰ ਕੀਤਾ ਜਾਂ ਉਸਨੇ ਉਹਨੂੰ ਛੱਡ ਦੇਣ ਦੀ ਦਲੀਲ ਕੀਤੀ। ਪਰ ਤੁਸਾਂ ਉਸ ਪਵਿੱਤਰ ਅਰ ਧਰਮੀ ਤੋਂ ਇਨਕਾਰ ਕੀਤਾ ਅਤੇ ਚਾਹਿਆ ਭਾਈ ਇੱਕ ਖੂਨੀ ਤੁਹਾਡੇ ਲਈ ਛੱਡਿਆ ਜਾਵੇ, ਪਰ ਜਿਉਣ ਦੇ ਕਰਤਾ ਨੂੰ ਮਾਰ ਸੁੱਟਿਆ, ਜਿਹਨੂੰ ਪਰਮੇਸ਼ਵਰ ਨੇ ਮੁਰਦਿਆਂ ਵਿੱਚੋਂ ਜਿਵਾ ਲਿਆ। ਅਤੇ ਅਸੀਂ ਇਸ ਗੱਲ ਦੇ ਗਵਾਹ ਹਾਂ। ਉਹਦੇ ਨਾਮ ਉੱਤੇ ਨੇਚਾ ਕਰਨ ਕਰਕੇ ਉਹਦੇ ਨਾਮ ਹੀ ਨੇ ਇਸ ਮਨੁੱਖ ਨੂੰ, ਜਿਹਨੂੰ ਤੁਸੀਂ ਵੇਖਦੇ ਅਤੇ ਜਾਣਦੇ ਹੋ, ਤਕੜਾ ਕੀਤਾ। ਹਾਂ, ਉਸੇ ਨੇਚਾ ਨੇ ਜਿਹੜੀ ਉਸਦੇ ਦੁਆਰੇ ਤੋਂ ਹੈ। ਇਹ ਪੂਰੀ ਤੰਦਰੁਸਤੀ ਤੁਸਾਂ ਸਭਨਾਂ ਦੇ ਸਾਹਮਣੇ ਉਸ ਨੂੰ ਦਿੱਤੀ। ਜਦ ਪਤਰਸ ਨੇ ਪਵਿੱਤਰ ਆਤਮਾ ਦੀ ਸ਼ਕਤੀ ਨਾਲ ਇੱਕ ਲੰਗੜੇ ਮਨੁੱਖ ਨੂੰ ਚੰਗਾ ਕਰਨ ਦਾ ਚਮਤਕਾਰ ਕੀਤਾ, ਬਹੁਤ ਸਾਰੇ ਲੋਕ ਹੈਰਾਨ ਸੀ ਅਤੇ ਉਹਨਾਂ ਨੇ ਸੋਚਿਆ ਕਿ ਪਤਰਸ ਅਤੇ ਯਹੂਨਾ ਨੇ ਉਹ ਚਮਤਕਾਰ ਕੀਤਾ ਹੈ, ਇਸ ਲਈ ਉਹ ਉਹਨਾਂ ਦੇ ਮਗਰ ਚੱਲੇ। ਜਦ ਪਤਰਸ ਨੇ ਇਹ ਦੇਖਿਆ ਤਦ ਉਸਨੇ ਉਹਨਾਂ ਨੂੰ ਕਿਹਾ, ਤੁਸੀਂ ਇਸ ਤਰ੍ਹਾਂ ਕਿਉਂ ਕਰ ਰਹੇ ਹੋ ਜਿਵੇਂ ਇਹ ਅਸੀਂ ਕੀਤਾ ਹੋਵੇ? ਉਸ ਮਨੁੱਖ ਨੂੰ ਯੀਸ਼ੂ ਮਸੀਹ ਦੀ ਸਮਰਥ ਨਾਲ ਚੰਗਾ ਕੀਤਾ ਗਿਆ ਸੀ, ਅਸੀਂ ਇਹ ਨਹੀਂ ਕੀਤਾ ਹੈ। ਪਤਰਸ ਅਤੇ ਦਾਨੀਏਲ ਦੇ ਕੰਮਾਂ ਦੇ ਦੁਆਰਾ ਅਸੀਂ ਸਮਝ ਸਕਦੇ ਹਾਂ ਕਿ ਸਾਨੂੰ 2021 ਵਿੱਚ ਪਰਮੇਸ਼ਵਰ ਦੀ ਪਵਿੱਤਰਤਾ ਨੂੰ ਕਿਵੇਂ ਪ੍ਰਗਟ ਕਰਨਾ ਚਾਹੀਦਾ ਹੈ। ਸਵਰਗ ਉਹਨਾਂ ਲੋਕਾਂ ਦੇ ਲਈ ਜਗ੍ਹਾ ਹੈ ਜੋ ਪਰਮੇਸ਼ਵਰ ਦੀ ਪਵਿੱਤਰਤਾ ਨੂੰ ਪ੍ਰਗਟ ਕਰਦੇ ਹਨ। ਇਸ ਲਈ ਬਾਈਬਲ ਸਾਨੂੰ ਸਿਖਾਉਂਦੀ ਹੈ ਕਿ ਸਵਰਗਦੂਤ, 24 ਬਜ਼ੁਰਗ ਅਤੇ ਸਾਰੇ ਆਤਮਿਕ ਪ੍ਰਾਣੀ ਸਵਰਗ ਵਿੱਚ ਹਰ ਦਿਨ ਪਰਮੇਸ਼ਵਰ ਦੀ ਮਹਾਨਤਾ ਅਤੇ ਪਵਿੱਤਰਤਾ ਦੀ ਪ੍ਰਸ਼ੰਸਾ ਕਰਦੇ ਹਨ। ਆਓ ਅਸੀਂ ਪ੍ਰਕਾਸ਼ ਦੀ ਪੋਥੀ ਵਿੱਚ ਇੱਕ ਹੋਰ ਵਚਨ ਨੂੰ ਦੇਖੀਏ। ਅਧਿਆਇ 4 ਆਇਤ 1। ਇਹ ਤੇ ਪਿੱਛੋਂ ਮੈਂ ਨਿਗਾਹ ਕੀਤੀ ਤਾਂ ਕਿ ਵੇਖਦਾ ਭਾਈ ਆਕਾਸ਼ ਵਿੱਚ ਇੱਕ ਬੂਹਾ ਖੁੱਲਿਆ ਹੋਇਆ ਹੈ ਅਤੇ ਪਹਿਲੀ ਆਵਾਜ਼ ਜੋ ਮੈਂ ਸੁਣੀ ਸੋ ਤੂਰੀ ਜੀ ਮੇਰੇ ਨਾਲ ਗੱਲ ਕਰਦੀ ਸੀ, ਭਾਈ ਇੱਧਰ ਉਤਾਹਾਂ ਨੂੰ ਆ ਜਾ ਅਤੇ ਜੋ ਕੁਝ ਇਹਦੇ ਮਗਰੋਂ ਹੋਣ ਵਾਲਾ ਹੈ ਉਹ ਮੈਂ ਤੈਨੂੰ ਵਿਖਾਵਾਂ। ਉਵੇਂ ਹੀ ਮੈਂ ਆਤਮਾ ਵਿੱਚ ਆਇਆ ਤਾਂ ਕਿ ਵੇਖਦਾ ਭਾਈ ਸੁਰਗ ਵਿੱਚ ਇੱਕ ਸਿੰਘਾਸਨ ਧਰਿਆ ਹੋਇਆ ਹੈ ਅਤੇ ਉਸ ਸਿੰਘਾਸਨ ਉੱਤੇ ਕੋਈ ਬਿਰਾਜਮਾਨ ਹੈ ਅਤੇ ਜਿਹੜਾ ਬਿਰਾਜਮਾਨ ਹੈ ਸੋ ਵੇਖਣ ਨੂੰ ਪੁਖਰਾਜ ਅਤੇ ਅਕੀਕ ਪੱਥਰ ਵਰਗਾ ਹੈ ਅਤੇ ਸਿੰਘਾਸਨ ਦੇ ਦੁਆਲੇ ਇੱਕ ਮੇਘ ਧਨੁਖ ਹੈ ਜੋ ਵੇਖਣ ਨੂੰ ਪੰਨੇ ਦੀ ਨਿਆਈ ਹੈ। ਸਿੰਘਾਸਨ ਦੇ ਦੁਆਲੇ 24 ਗੱਦੀਆਂ ਹਨ ਅਤੇ ਮੈਂ 24 ਬਜ਼ੁਰਗਾਂ ਨੂੰ ਚਿੱਟੇ ਬਸਤਰ ਪਹਿਨੇ ਉਹਨਾਂ ਗੱਦੀਆਂ ਉੱਤੇ ਬੈਠਾ ਡਿੱਠਾ ਅਤੇ ਸਿਰਾਂ ਉੱਤੇ ਸੋਨੇ ਦੇ ਮੁਕਟ ਧਰੇ ਅਤੇ ਸਿੰਘਾਸਨ ਵਿੱਚੋਂ ਬਿਜਲੀ ਦੀਆਂ ਲਸ਼ਕਾਂ ਅਤੇ ਆਵਾਜ਼ਾਂ ਅਤੇ ਬੱਦਲ ਦੀਆਂ ਗਰਜਾਂ ਨਿਕਲਦੀਆਂ ਹਨ ਅਤੇ ਸਿੰਘਾਸਨ ਦੇ ਮੂਹਰੇ ਅੱਗ ਦੇ 7 ਦੀਏ ਪਏ ਬਲਦੇ ਹਨ ਜਿਹੜੇ ਪਰਮੇਸ਼ਵਰ ਦੇ ਸੱਤੇ ਆਤਮੇ ਹਨ ਅਤੇ ਸਿੰਘਾਸਨ ਦੇ ਅੱਗੇ ਬਲੌਰ ਵਰਗਾ ਕੱਚ ਦਾ ਇੱਕ ਸਮੁੰਦਰ ਜਿਹਾ ਹੈ ਅਤੇ ਸਿੰਘਾਸਨ ਦੇ ਵਿਚਾਲੇ ਅਤੇ ਸਿੰਘਾਸਨ ਦੇ ਦੁਆਲੇ 4 ਜੰਤੂ ਹਨ ਜਿਹੜੇ ਅੱਗਿਓਂ ਪਿੱਛੋਂ ਅੱਖੀਆਂ ਨਾਲ ਭਰੇ ਹੋਏ ਹਨ ਅਤੇ ਪਹਿਲਾ ਜੰਤੂ ਬੱਬਰ ਸ਼ੇਰ ਵਰਗਾ ਹੈ ਅਤੇ ਦੂਜਾ ਜੰਤੂ ਵਹਿਕੜੇ ਵਰਗਾ ਅਤੇ ਤੀਜਾ ਜੰਤੂ ਦਾ ਮੂੰਹ ਮਨੁੱਖ ਦੇ ਮੂੰਹ ਜਿਹਾ ਅਤੇ ਚੌਥਾ ਜੰਤੂ ਉੱਡਦੇ ਹੋਏ ਉਕਾਬ ਵਰਗਾ ਹੈ ਅਤੇ ਉਹ ਚਾਰੇ ਜੰਤੂ ਜਿਨ੍ਹਾਂ ਵਿੱਚੋਂ ਹਰੇਕ ਦੇ 6-6 ਖੰਭ ਹਨ ਦੁਆਲਿਓਂ ਅਤੇ ਅੰਦਰੋਂ ਅੱਖੀਆਂ ਨਾਲ ਭਰੇ ਹੋਏ ਹਨ ਅਤੇ ਉਹ ਰਾਤ ਦਿਨ ਇਹ ਕਹਿਣ ਤੋਂ ਸਾਹ ਨਹੀਂ ਲੈਂਦੇ, ਪਵਿੱਤਰ 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 ਹੈ ਪ੍ਰਭੂ ਪਰਮੇਸ਼ਵਰ ਸਰਬ ਸ਼ਕਤੀਮਾਨ, ਜਿਹੜਾ ਹੈ ਸੀ ਅਤੇ ਹੈ ਅਤੇ ਆਉਣ ਵਾਲਾ ਹੈ। ਜਾਂ ਉਹ ਜੰਤੂ ਉਸ ਦੀ ਜਿਹੜਾ ਸਿੰਘਾਸਨ ਉੱਤੇ ਬਿਰਾਜਮਾਨ ਹੈ ਅਤੇ ਜਿਹੜਾ ਜੁਗੋ ਜੁਗ ਜਿਉਂਦਾ ਹੈ ਵਡਿਆਈ, ਮਾਨ ਅਤੇ ਧੰਨਵਾਦ ਕਰਨਗੇ। ਤਾਂ 24 ਬਜ਼ੁਰਗ ਉਹਦੇ ਅੱਗੇ ਜਿਹੜਾ ਸਿੰਘਾਸਨ ਉੱਤੇ ਬਿਰਾਜਮਾਨ ਹੈ ਡਿੱਗ ਪੈਣਗੇ ਅਤੇ ਉਹਨੂੰ ਜਿਹੜਾ ਜੁਗੋ ਜੁਗ ਜਿਉਂਦਾ ਹੈ ਮੱਥਾ ਟੇਕਣਗੇ ਅਤੇ ਇਹ ਆਖਦੇ ਆਪਣੇ ਮੁਕਟ ਸਿੰਘਾਸਨ ਦੇ ਅੱਗੇ ਸੁੱਟਣਗੇ, ਹੇ ਸਾਡੇ ਪ੍ਰਭੂ ਅਤੇ ਸਾਡੇ ਪਰਮੇਸ਼ਵਰ, ਤੂੰ ਮਹਿਮਾ, ਮਾਨ ਅਤੇ ਸਮਰਥਾ ਲੈਣ ਦੇ ਯੋਗ ਹੈ। ਤੈਂ ਜੋ ਸਾਰੀਆਂ ਵਸਤਾਂ ਰਚੀਆਂ ਅਤੇ ਉਹ ਤੇਰੀ ਹੀ ਇੱਛਾ ਨਾਲ ਹੋਈਆਂ ਅਤੇ ਰਚੀਆਂ ਗਈਆਂ। ਰਸੂਲ ਯਹੂਨਾ ਨੇ ਇਹ ਪ੍ਰਕਾਸ਼ਨ ਦੇਖਿਆ ਕਿ ਸਵਰਗ ਵਿੱਚ ਕੀ ਹੋ ਰਿਹਾ ਹੈ। ਸਵਰਗ ਵਿੱਚ 24 ਬਜ਼ੁਰਗ ਅਤੇ ਸਾਰੇ ਸਵਰਗਦੂਤ ਇਹ ਕਹਿੰਦੇ ਹੋਏ ਪਰਮੇਸ਼ਵਰ ਦੀ ਉਸਤਤ ਕਰਦੇ ਹਨ, ਹੇ ਸਾਡੇ ਪ੍ਰਭੂ ਅਤੇ ਪਰਮੇਸ਼ਵਰ, ਤੂੰ ਹੀ ਮਹਿਮਾ, ਮਾਣ ਅਤੇ ਸਮਰਥਾ ਲੈਣ ਦੇ ਯੋਗ ਹੈ। ਇਹ ਜਗ੍ਹਾ ਸਵਰਗ ਹੈ ਜਿੱਥੇ ਉਹ ਜੋ ਹਮੇਸ਼ਾ ਦੇ ਲਈ ਰਹਿੰਦੇ ਹਨ ਮਹਿਮਾ ਅਤੇ ਆਦਰ ਅਤੇ ਸਮਰਥ ਪ੍ਰਾਪਤ ਕਰਦੇ ਹਨ। ਫਜਰ ਦੇ ਪੁੱਤਰ ਸਵੇਰ ਦੇ ਤਾਰੇ ਨੇ ਆਪਣੇ ਸਿੰਘਾਸਨ ਨੂੰ ਪਰਮੇਸ਼ਵਰ ਦੇ ਸਿੰਘਾਸਨ ਤੋਂ ਉੱਚਾ ਚੁੱਕਿਆ ਅਤੇ ਕਿਹਾ, ਜੇ ਮੈਂ ਇਸ ਨੂੰ ਕਰਦਾ ਹਾਂ ਤਦ ਮੈਂ ਇਸ ਨੂੰ ਪਰਮੇਸ਼ਵਰ ਤੋਂ ਵਧੀਆ ਕਰਾਂਗਾ। ਜੋ ਵੀ ਪਰਮੇਸ਼ਵਰ ਕਰ ਸਕਦੇ ਹਨ ਮੈਂ ਉਹਨਾਂ ਨਾਲੋਂ ਵਧੀਆ ਕਰ ਸਕਦਾ ਹਾਂ।
ਇਹ ਹੰਕਾਰ ਆਖਿਰਕਾਰ ਸਵਰਗ ਵਿੱਚ ਵਿਰੋਧ ਦਾ ਕਾਰਨ ਬਣਿਆ ਅਤੇ ਮਨੁੱਖ ਜਾਤੀ ਉੱਤੇ ਦੁੱਖ ਅਤੇ ਦਰਦ ਲਿਆਇਆ। ਹੁਣ ਸਾਨੂੰ ਆਪਣੇ ਮੂਲ ਸੁਭਾਅ ਨੂੰ ਦੁਬਾਰਾ ਸਥਾਪਿਤ ਕਰਨਾ ਚਾਹੀਦਾ ਹੈ। ਸਾਨੂੰ ਇਹ ਕਹਿਣਾ ਬੰਦ ਨਹੀਂ ਕਰਨਾ ਚਾਹੀਦਾ, ਪਵਿੱਤਰ 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 ਪ੍ਰਭੂ ਪਰਮੇਸ਼ਵਰ ਸਰਵ ਸ਼ਕਤੀਮਾਨ ਹੈ। ਸਾਨੂੰ ਹਮੇਸ਼ਾ ਪਰਮੇਸ਼ਵਰ ਦੀ ਮਹਿਮਾ ਨੂੰ ਪ੍ਰਦਰਸ਼ਿਤ ਕਰਨਾ ਚਾਹੀਦਾ ਹੈ। ਹਾਲਾਂਕਿ ਕਦੀ ਕਦੀ ਅਸੀਂ ਸੋਚਦੇ ਹਾਂ ਮੈਂ ਸਭ ਕੁਝ ਇੰਨੀ ਚੰਗੀ ਤਰ੍ਹਾਂ ਕਰ ਸਕਦਾ ਹਾਂ, ਮੈਂ ਯੋਜਨਾ ਬਣਾਉਣ ਅਤੇ ਉਸ ਨੂੰ ਕੰਮ ਵਿੱਚ ਲਿਆਉਣ ਵਿੱਚ ਚੰਗਾ ਹਾਂ, ਮੈਂ ਬਸ ਕਿਸੇ ਹੋਰ ਤੋਂ ਵਧੀਆ ਹਾਂ। ਮੂਸਾ ਤੇ ਹਾरून ਨੇ ਇਹ ਨਹੀਂ ਮੰਨਿਆ ਕਿ ਉਹ ਪਰਮੇਸ਼ਵਰ ਦਾ ਕੰਮ ਕਰ ਰਹੇ ਹਨ, ਪਰ ਉਹਨਾਂ ਨੇ ਸੋਚਿਆ ਕਿ ਉਹ 40 ਸਾਲਾਂ ਤੋਂ ਆਪਣਾ ਕੰਮ ਕਰ ਰਹੇ ਹਨ, ਇਸ ਲਈ ਇਹ ਇੱਕ ਆਦਤ ਬਣ ਗਈ ਹੋਵੇਗੀ। ਭਰਾਵੋ ਅਤੇ ਭੈਣੋ, ਆਓ ਅਸੀਂ 2021 ਵਿੱਚ ਪਰਮੇਸ਼ਵਰ ਨੂੰ ਸਹੀ ਤਰ੍ਹਾਂ ਸਮਝੀਏ। ਕੀ ਤੁਹਾਨੂੰ ਲੱਗਦਾ ਹੈ ਕਿ ਪਰਮੇਸ਼ਵਰ ਮੂਸਾ ਅਤੇ ਹਾरून ਦੇ ਬਿਨਾਂ ਇਜ਼ਰਾਈਲੀਆਂ ਨੂੰ ਕਨਾਨ ਵਿੱਚ ਲੈ ਜਾਣ ਵਿੱਚ ਅਸਮਰਥ ਸੀ? ਕੀ ਪਰਮੇਸ਼ਵਰ ਮੂਸਾ ਦੇ ਬਿਨਾਂ ਲਾਲ ਸਮੁੰਦਰ ਨੂੰ 2 ਭਾਗਾਂ ਵਿੱਚ ਵੰਡਣ ਵਿੱਚ ਅਸਮਰਥ ਸੀ? ਸਾਨੂੰ ਸਿਯੋਨ ਦੇ ਲੋਕਾਂ ਨੂੰ ਇਸ ਤੱਥ ਦੇ ਲਈ ਧੰਨਵਾਦੀ ਹੋ ਕੇ ਕਿ ਪਿਤਾ ਅਤੇ ਮਾਤਾ ਜੀ ਨੇ ਸਾਨੂੰ ਆਪਣਾ ਕੰਮ ਕਰਨ ਦੇ ਲਈ ਬੁਲਾਇਆ ਹੈ। ਸਾਰੇ ਹਾਲਾਤਾਂ ਵਿੱਚ ਪਿਤਾ ਅਤੇ ਮਾਤਾ ਜੀ ਦੀ ਪਵਿੱਤਰਤਾ ਪ੍ਰਦਰਸ਼ਿਤ ਕਰਨੀ ਚਾਹੀਦੀ ਹੈ। ਤੁਸੀਂ ਬਹੁਤ ਵਧੀਆ ਕਰ ਰਹੇ ਹੋ। ਸਾਨੂੰ ਅਖੀਰਲੇ ਪਲ ਵਿੱਚ ਮੂਸਾ ਤੇ ਹਾरून ਵਰਗੀ ਮੰਦਭਾਗੀ ਸਥਿਤੀ ਵਿੱਚ ਸਮਾਪਤ ਨਹੀਂ ਹੋਣਾ ਚਾਹੀਦਾ। ਉਹਨਾਂ ਨੇ 40 ਸਾਲਾਂ ਤੱਕ ਇਜ਼ਰਾਈਲੀਆਂ ਦੀ ਅਗਵਾਈ ਕੀਤੀ। ਹਾਲਾਂਕਿ ਕਨਾਨ ਦੇਸ਼ ਵਿੱਚ ਪ੍ਰਵੇਸ਼ ਕਰਨ ਤੋਂ ਠੀਕ ਪਹਿਲੇ ਉਹਨਾਂ ਨੇ ਅਣਉਚਿਤ ਗੱਲਾਂ ਕਹੀਆਂ। ਜੇ ਉਹ ਥੋੜਾ ਜ਼ਿਆਦਾ ਧੀਰਜ ਰੱਖਦੇ ਤਦ ਉਹ ਕਨਾਨ ਵਿੱਚ ਪ੍ਰਵੇਸ਼ ਕਰ ਸਕਦੇ ਸੀ। ਕਿੰਨਾ ਮੰਦਭਾਗੀ ਹੈ। ਅਸੀਂ ਇੱਕ ਹੋਰ ਸਾਲ ਸ਼ੁਰੂ ਕੀਤਾ ਹੈ ਜਦ ਸਵਰਗ ਹੋਰ ਜ਼ਿਆਦਾ ਨੇੜੇ ਹੈ। ਆਓ ਅਸੀਂ ਹੋਰ ਸਾਵਧਾਨ ਰਹੀਏ। ਕੀ ਹੋਵੇਗਾ ਜੇ ਅਸੀਂ ਪਤਰਸ ਦੇ ਵਾਂਗ ਇੱਕ ਲੰਗੜੇ ਮਨੁੱਖ ਨੂੰ ਚੰਗਾ ਕਰੀਏ? ਲੋਕ ਸਾਨੂੰ ਮਹਾਨ ਸਮਝਣਗੇ, ਹੈ ਨਾ? ਉਹਨਾਂ ਨੇ ਕਦੇ ਇਸ ਤਰ੍ਹਾਂ ਦਾ ਕੁਝ ਨਹੀਂ ਦੇਖਿਆ ਸੀ। ਜਦ ਕਈ ਲੋਕਾਂ ਨੇ ਲੰਗੜੇ ਮਨੁੱਖ ਨੂੰ ਚੱਲਦੇ ਹੋਏ ਦੇਖਿਆ ਤਦ ਉਹਨਾਂ ਨੇ ਕਿਹਾ ਉਹ ਆਪਣੀ ਪੂਰੀ ਜ਼ਿੰਦਗੀ ਸੜਕ ਉੱਤੇ ਬੈਠੇ ਹੋਏ ਭੀਖ ਮੰਗਦਾ ਸੀ, ਉਹ ਕਿਵੇਂ ਉੱਠ ਕੇ ਇਸ ਤਰ੍ਹਾਂ ਤੁਰ ਸਕਦਾ ਹੈ? ਬਹੁਤ ਸਾਰੇ ਲੋਕਾਂ ਨੇ ਉਸ ਦੇ ਲਈ ਬਹੁਤ ਚਿੰਤਾ ਦਿਖਾਈ। ਉਹ ਉਹਨਾਂ ਦੇ ਲਈ ਇੱਕ ਨਜ਼ਾਰਾ ਸੀ। ਉਸ ਪਲ ਵਿੱਚ ਪਤਰਸ ਨੇ ਇਹ ਕਹਿੰਦੇ ਹੋਏ ਖੁਦ ਦੇ ਬਾਰੇ ਸ਼ੇਖੀ ਨਹੀਂ ਮਾਰੀ ਕਿ ਮੈਂ ਇੱਕ ਮਹਾਨ ਮਨੁੱਖ ਹਾਂ। ਉਸ ਦੇ ਬਦਲੇ ਉਸਨੇ ਕਿਹਾ ਇਹ ਮਨੁੱਖ ਪਵਿੱਤਰ ਪਰਮੇਸ਼ਵਰ ਯੀਸ਼ੂ ਦੇ ਨਾਮ ਨਾਲ ਚੰਗਾ ਹੋਇਆ ਹੈ ਜੋ ਇਸ ਧਰਤੀ ਉੱਤੇ ਸਰੀਰ ਵਿੱਚ ਆਏ ਸੀ। ਇਸ ਪ੍ਰਕਾਰ ਦਾ ਵਿਸ਼ਵਾਸ ਅੱਜ ਸਾਡੇ ਕੋਲ ਹੋਣਾ ਚਾਹੀਦਾ ਹੈ। ਦਾਨੀਏਲ ਦੇ ਨਾਲ ਵੀ ਇਸ ਤਰ੍ਹਾਂ ਹੀ ਸੀ। ਜਦ ਉਸਨੇ ਰਾਜਾ ਨਬੂਕਦਨੇਸਰ ਦੇ ਸੁਪਨੇ ਦੀ ਵਿਆਖਿਆ ਕੀਤੀ ਤਦ ਉਸਨੇ ਰਾਜੇ ਦੇ ਸਾਹਮਣੇ ਇਹ ਕਹਿੰਦੇ ਹੋਏ ਖੁਦ ਦੇ ਲਈ ਵਡਿਆਈ ਨਹੀਂ ਕੀਤੀ, ਮੈਂ ਸੁਪਨਿਆਂ ਦੀ ਵਿਆਖਿਆ ਕਰਨ ਵਿੱਚ ਬਹੁਤ ਚੰਗਾ, ਮੈਂ ਉਹ ਕਰ ਸਕਦਾ ਹਾਂ ਜੋ ਦੂਸਰਾ ਨਹੀਂ ਕਰ ਸਕਿਆ। ਉਸ ਦੇ ਬਦਲੇ ਉਸਨੇ ਕਿਹਾ ਪਰਮੇਸ਼ਵਰ ਦੇ ਇਲਾਵਾ ਕੋਈ ਨਹੀਂ ਹੈ ਜੋ ਇਸ ਭੇਤ ਨੂੰ ਪ੍ਰਗਟ ਕਰ ਸਕੇ। ਪਰਮੇਸ਼ਵਰ ਨੇ ਤੇਰੇ ਸੁਪਨੇ ਨੂੰ ਪ੍ਰਗਟ ਕੀਤਾ ਹੈ ਅਤੇ ਉਸ ਦੀ ਵਿਆਖਿਆ ਵੀ ਕੀਤੀ ਹੈ। ਰਾਜਾ ਨਬੂਕਦਨੇਸਰ, ਮੈਂ ਸਿਰਫ ਤੈਨੂੰ ਇਹ ਦੱਸ ਰਿਹਾ ਹਾਂ ਜੋ ਪਰਮੇਸ਼ਵਰ ਨੇ ਮੈਨੂੰ ਦਿਖਾਇਆ ਹੈ। ਮੈਂ ਬਸ ਪਰਮੇਸ਼ਵਰ ਦਾ ਦੂਤ ਹਾਂ। ਭਾਵੇਂ ਹੀ ਸਮਾਂ ਲੰਘ ਜਾਂਦਾ ਹੈ ਅਤੇ ਇਤਿਹਾਸ ਬਦਲ ਜਾਂਦਾ ਹੈ, ਪਰ ਸਾਡਾ ਗ੍ਰਹਿ ਜੋ ਬ੍ਰਹਮੰਡ ਵਿੱਚ ਇੱਕ ਛੋਟੀ ਜਿਹੀ ਬਿੰਦੀ ਵਾਂਗ ਹੈ, ਉਹ ਮਨੁੱਖਾਂ ਦੁਆਰਾ ਨਹੀਂ ਬਲਕਿ ਪਰਮੇਸ਼ਵਰ ਦੁਆਰਾ ਸੰਚਾਲਿਤ ਦੁਨੀਆ ਹੈ। ਹਾਲਾਂਕਿ ਅਸੀਂ ਜ਼ਿਆਦਾਤਰ ਇਹ ਕਹਿੰਦੇ ਹੋਏ ਕਿ ਪਰਮੇਸ਼ਵਰ ਸਮਾਂ ਅਤੇ ਇਤਿਹਾਸ ਦੀ ਅਗਵਾਈ ਕਰਦੇ ਹਨ, ਇਸ ਗੱਲ ਨੂੰ ਭੁੱਲ ਜਾਂਦੇ ਹਨ। ਮੈਨੂੰ ਆਸ ਹੈ ਕਿ 2021 ਇੱਕ ਧੰਨ ਸਾਲ ਹੋਵੇਗਾ ਜਦੋਂ ਅਸੀਂ ਪਿਤਾ ਅਤੇ ਮਾਤਾ ਜੀ ਦੀ ਪਵਿੱਤਰਤਾ ਨੂੰ ਹੋਰ ਵੀ ਜ਼ਿਆਦਾ ਪ੍ਰਦਰਸ਼ਿਤ ਕਰਦੇ ਹੋਏ ਨਵੇਂ ਨੇਮ ਦੇ ਸੇਵਕ ਦੇ ਰੂਪ ਵਿੱਚ ਵਿਸ਼ਵਾਸ ਕਰਨ ਦੇ ਨਾਲ ਪਰਮੇਸ਼ਵਰ ਦੁਆਰਾ ਦਿੱਤੇ ਗਏ ਕੰਮ ਨੂੰ ਕਰਦੇ ਹੋਏ ਪਿਤਾ ਅਤੇ ਮਾਤਾ ਜੀ ਨੂੰ ਜ਼ਿਆਦਾ ਵਡਿਆਈ ਅਤੇ ਸਤੁਤੀ ਦਿਆਂਗੇ। ਮੈਂ ਇਮਾਨਦਾਰੀ ਨਾਲ ਤੁਹਾਨੂੰ ਸਾਰਿਆਂ ਨੂੰ ਪਤਰਸ ਅਤੇ ਦਾਨੀਏਲ ਵਾਂਗ ਧੰਨ ਲੋਕਾਂ ਵਿੱਚ ਸ਼ਾਮਿਲ ਹੋਣ ਲਈ ਕਹਿੰਦਾ ਹਾਂ। ਮੈਨੂੰ ਅੱਜ ਦੇ ਉਪਦੇਸ਼ ਨੂੰ ਸਮਾਪਤ ਕਰਨ ਦਿਓ। ਤੁਹਾਡਾ ਬਹੁਤ ਬਹੁਤ ਧੰਨਵਾਦ।